ਭਾਸ਼ਾ ਦਾ ਅਰਥ ਅਤੇ ਪਰਿਭਾਸ਼ਾ। ਭਾਸ਼ਾ ਦੇ ਅਰਥਾਂ ਨੂੰ ਪਰਿਭਾਸ਼ਿਤ ਕਰਨਾ ਕੋਈ ਸਰਲ ਕਾਰਜ ਨਹੀਂ ਹੈ। ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਜਿਸ ਨੂੰ ਵੱਖ-ਵੱਖ ਢੰਗਾਂ ਨਾਲ ਵੱਖ-ਵੱਖ ਵਿਗਿਆਨੀਆਂ ਨੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਭਾਸ਼ਾ ਦੇ ਅਰਥ ਹੇਠ ਲਿਖੇ ਅਨੁਸਾਰ ਹਨ ਜੀ। ਭਾਸ਼ਾ ਦੇ ਆਪਾਂ ਦੋ ਟਾਈਪਸ ਦੇ ਨਾਲ ਜਿਹੜੇ ਅਰਥ ਹੈ ਉਹ ਲੈ ਸਕਦੇ ਹਾਂ। ਇੱਕ ਤਾਂ ਭਾਸ਼ਾ ਦਾ ਸ਼ਾਬਦਿਕ ਅਰਥ ਤੇ ਦੂਸਰਾ ਭਾਸ਼ਾ ਦਾ ਸਧਾਰਨ ਅਰਥ। ਨੈਕਸਟ ਜੀ ਆਪਣੇ ਕੋਲੇ ਭਾਸ਼ਾ ਦੇ ਜਿਹੜਾ ਹੈਗਾ ਸ਼ਾਬਦਿਕ ਅਰਥ। ਇਹਦੇ ਵਿੱਚ ਹੈ ਜੀ ਭਾਸ਼ਾ ਸ਼ਬਦ ਦੀ ਵਿਉਂਤਪਤੀ ਸੰਸਕ੍ਰਿਤ ਧਾਤੂ ਭਾਸ਼ ਸ਼ਬਦ ਤੋਂ ਹੋਈ ਹੈ ਜਿਸ ਦਾ ਅਰਥ ਹੈ ਬੋਲਣਾ, ਵਰਣਨ ਕਰਨਾ ਅਤੇ ਸੰਬੋਧਨ ਕਰਨਾ। ਪੁਆਇੰਟ ਇਹਦੇ ਵਿੱਚ ਉਰਦੂ ਦੇ ਵਿੱਚ ਭਾਸ਼ਾ ਦੇ ਲਈ ਜ਼ੁਬਾਨ ਸ਼ਬਦ ਦੀ ਵਰਤੋਂ ਹੁੰਦੀ ਹੈ ਜੀ। ਉਰਦੂ ਦੇ ਵਿੱਚ ਭਾਸ਼ਾ ਦੇ ਲਈ ਆਪਾਂ ਕਿਹਦੀ ਵਰਤੋਂ ਕਰਦੇ ਹਾਂ? ਜ਼ੁਬਾਨ ਦੀ, ਜਿਸ ਦੇ ਅਰਥ ਹਨ ਬੋਲੀ ਅਤੇ ਜੀਭ। ਆਪਣੇ ਕੋਲੇ ਅੰਗਰੇਜ਼ੀ ਵਿੱਚ ਭਾਸ਼ਾ ਸ਼ਬਦ ਲੈਂਗੁਏਜ ਦਾ ਸਮਾਨਾਰਥੀ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ਲਿੰਗੂਆ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਜੀਭ। ਠੀਕ ਹੈ ਜੀ। ਅੰਗਰੇਜ਼ੀ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਅੰਗਰੇਜ਼ੀ ਦੇ ਵਿੱਚ ਜਿਹੜੀ ਭਾਸ਼ਾ ਸ਼ਬਦ ਦਾ ਜਿਹੜਾ ਅਰਥ ਉਹ ਕੀ ਹੈ ਜੀ? ਜੀਭ ਹੈ। ਹਾਂਜੀ, ਇਸ ਤੋਂ ਕੀ ਸਪਸ਼ਟ ਹੁੰਦਾ ਹੈ? ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਸ਼ਾ ਬੋਲੀ ਦੇ ਲੱਛਣਾਂ ਵਿੱਚ ਜੀਭ ਨਾਲ ਬੋਲਣਾ ਅਤੇ ਵਰਨਾਂ ਵਿੱਚ ਭੇਦ ਪੈਦਾ ਕਰਨਾ ਸੂਚਿਤ ਕੀਤਾ ਹੁੰਦਾ ਹੈ। ਇਸ ਤਰ੍ਹਾਂ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜੀਭ ਦੁਆਰਾ ਜਿਹੜੀਆਂ ਉਤਪੰਨ ਧੁਨੀਆਂ ਅਤੇ ਬੋਲਾਂ ਦੇ ਸਮੂਹ ਨੂੰ ਭਾਸ਼ਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਜਿਹੜੀਆਂ ਆਪਾਂ ਧੁਨੀਆਂ ਮਤਲਬ ਆਪਣੇ ਧੁਨੀਆਂ ਨਿਕਲਦੀਆਂ ਜੀ ਮੂੰਹ ਦੇ ਵਿੱਚੋਂ, ਜਿਹੜੀ ਆਪਾਂ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ ਆਪਣੇ ਵਿਊਜ਼ ਨੂੰ ਐਕਸਪ੍ਰੈਸ ਕਰਨ ਦੇ ਲਈ, ਠੀਕ ਹੈ ਜੀ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਜੀ? ਭਾਸ਼ਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਆਪਣੇ ਕੋਲੇ ਭਾਸ਼ਾ ਦਾ ਸਧਾਰਨ ਅਰਥ। ਸਧਾਰਨ ਰੂਪ ਵਿੱਚ ਭਾਸ਼ਾ ਸ਼ਬਦ ਦੀ ਵਰਤੋਂ ਆਪਣੇ ਵਿਚਾਰਾਂ, ਭਾਵਾਂ, ਮਨੋਰਥਾਂ ਆਦਿ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਨ ਦਾ ਨਾਮ ਹੀ ਭਾਸ਼ਾ ਜਾਂ ਬੋਲੀ ਹੈ। ਠੀਕ ਹੈ ਜੀ। ਜਿਹੜੇ ਤੁਹਾਡੇ ਅੰਦਰ ਵਿਚਾਰ ਹੁੰਦੇ ਆ ਜੀ ਜਾਂ ਭਾਵ ਹੁੰਦੇ ਆ ਜਾਂ ਆਪਾਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਆ ਜੀ, ਉਹਨੂੰ ਜਿਹੜਾ ਕਹਿਣ ਦੇ ਲਈ ਜਿਹੜੇ ਆਪਾਂ ਸ਼ਬਦਾਂ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਹੀ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ ਜੀ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਭਾਸ਼ਾ ਇੱਕ ਅਜਿਹਾ ਪ੍ਰਬੰਧ ਜਾਂ ਵਿਵਸਥਾ ਹੈ ਜਿਸ ਦਾ ਉਦੇਸ਼ ਜਾਂ ਕਾਰਜ ਸਾਡੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਤੇ ਸੰਚਾਰਿਤ ਕਰਨਾ ਹੈ। ਠੀਕ ਹੈ ਜੀ। ਯਾਨੀ ਕਿ ਆਪਾਂ ਆਪਣੇ ਹਾਵ ਭਾਵ ਹੈ ਜਾਂ ਆਪਣੇ ਵਿਚਾਰ ਹੈ ਉਹਨਾਂ ਨੂੰ ਜਿਹੜੇ ਪ੍ਰਗਟਾਉਣ ਦੇ ਲਈ ਆਪਾਂ ਸ਼ਬਦ ਵਗੈਰਾ ਯੂਜ਼ ਕਰਦੇ ਹਾਂ ਉਹਨਾਂ ਨੂੰ ਕੀ ਭਾਸ਼ਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਸ ਤਰ੍ਹਾਂ ਜਿਹੜੇ ਵੱਖ-ਵੱਖ ਜਿਹੜੇ ਭਾਸ਼ਾ ਸ਼ਾਸਤਰੀ ਹੈ ਉਹਨਾਂ ਨੇ ਆਪਣੇ ਅਨੁਸਾਰ ਜਿਹੜੇ ਹੈਗੇ ਆ ਵੱਖ-ਵੱਖ ਜਿਹੜੇ ਭਾਸ਼ਾ ਦੇ ਅਰਥ ਦਿੱਤੇ ਆ ਜੀ। ਠੀਕ ਹੈ ਜੀ। ਇਹਦੇ ਵਿੱਚ ਪਲੈਟੋ ਅਨੁਸਾਰ ਵਿਚਾਰ ਆਤਮਾ ਦੀ ਮੂਕ ਆਵਾਜ਼ ਹੈ, ਪਰੰਤੂ ਜਦੋਂ ਇਹੋ ਹੀ ਧੁਨੀ ਆਤਮਿਕ ਹੋ ਕੇ ਬੁੱਲਾਂ ਉੱਪਰ ਪ੍ਰਗਟ ਹੁੰਦੀ ਹੈ ਤਾਂ ਇਸ ਨੂੰ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਨੈਕਸਟ ਹੈ ਹੈਨਰੀ ਸਵੀਟ ਅਨੁਸਾਰ ਭਾਸ਼ਾ ਧੁਨੀਆਂ ਦੁਆਰਾ ਵਿਚਾਰਾਂ ਦੇ ਪ੍ਰਗਟਾਅ ਨੂੰ ਭਾਸ਼ਾ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਬਲੌਕ ਅਤੇ ਟਰੈਗਰ ਅਨੁਸਾਰ ਭਾਸ਼ਾ ਸਵੈ ਇੱਛਤ ਧੁਨੀ ਚਿੰਨ੍ਹਾਂ ਦਾ ਪ੍ਰਬੰਧ ਹੈ ਜਿਸ ਦੇ ਦੁਆਰਾ ਇੱਕ ਸਮਾਜ ਸਮੂਹ ਮਿਲਵਰਤਨ ਕਰਦਾ ਹੈ। ਠੀਕ ਹੈ ਜੀ। ਠੀਕ ਹੈ ਜੀ। ਇਹ ਤਿੰਨ ਜਿਹੜੀਆਂ ਸੀਗੀਆਂ ਇਹ ਡੈਫੀਨੇਸ਼ਨ ਜਾਂ ਪਰਿਭਾਸ਼ਾ ਸੀਗੀਆਂ ਜੀ। ਇਹ ਤੁਸੀਂ ਇੱਦਾਂ ਹੀ ਇਹਨਾਂ ਨੂੰ ਯਾਦ ਕਰ ਲਿਓ। ਨੈਕਸਟ ਜਿਹੜਾ ਹੈਗਾ ਪਰਿਭਾਸ਼ਾਵਾਂ ਦੇ ਆਧਾਰ 'ਤੇ ਭਾਸ਼ਾ ਦੇ ਜਿਹੜੇ ਜ਼ਰੂਰੀ ਤੱਤ ਹੈ ਜੀ। ਭਾਸ਼ਾ ਸੰਚਾਰ ਦਾ ਜਿਹੜਾ ਇੱਕ ਮਾਧਿਅਮ ਹੈ ਤੇ ਸੈਕਿੰਡ ਪੁਆਇੰਟ ਹੈ ਜੀ ਭਾਸ਼ਾ ਮਨੁੱਖੀ ਉਚਾਰਨ ਅੰਗਾਂ ਦੇ ਨਾਲ ਉਚਾਰਿਤ ਧੁਨੀਆਂ ਦਾ ਪ੍ਰਤੀਕ ਮਾਲਾ ਹੈ। ਠੀਕ ਹੈ ਜੀ। ਯਾਨੀ ਕਿ ਆਪਾਂ ਆਪਣੇ ਵੱਖ-ਵੱਖ ਅੰਗਾਂ ਦੇ ਦੁਆਰਾ ਜਿਹੜਾ ਹੈਗਾ ਜਿਹੜੀਆਂ ਧੁਨੀਆਂ ਹੈਗੀਆਂ ਉਹਨਾਂ ਨੂੰ ਉਚਾਰਿਤ ਕਰਦੇ ਆ ਉਹਨਾਂ ਦੀ ਪ੍ਰਤੀਕ ਮਾਲਾ ਹੈਗੀ ਹੈ। ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲੇ ਪੰਜਾਬੀ ਅਧਿਆਪਨ ਦੇ ਸਿਧਾਂਤ। ਠੀਕ ਹੈ ਜੀ। ਪੰਜਾਬੀ ਭਾਸ਼ਾ ਦੇ ਅਧਿਆਪਨ ਵਿੱਚ ਕੁਝ ਵਿਸ਼ੇਸ਼ ਸਿਧਾਂਤ ਹਨ ਜਿਨ੍ਹਾਂ ਦੇ ਨਾਲ ਭਾਸ਼ਾ ਦੀ ਸਿੱਖਿਆ ਜਿਹੜੀ ਹੈਗੀ ਆ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਇਹ ਜਿਹੜੇ ਸਿਧਾਂਤ ਨੇ ਇਹਨਾਂ ਦੇ ਜਿਹੜੇ ਪੁਆਇੰਟਸ ਨੇ ਜੀ ਉਹ ਅਲੱਗ-ਅਲੱਗ ਦਿੱਤੇ ਹੋਏ, ਜਿੱਦਾਂ ਵਿਅਕਤੀਗਤ ਅੰਤਰ ਦਾ ਸਿਧਾਂਤ, ਅਭਿਆਸ ਦਾ ਸਿਧਾਂਤ, ਵਿਦਿਆਰਥੀ ਕੇਂਦਰਤਾ ਦਾ ਸਿਧਾਂਤ, ਰੁਚੀ ਦਾ ਸਿਧਾਂਤ, ਬੋਲਚਾਲ ਦਾ ਸਿਧਾਂਤ, ਕਿਰਿਆਸ਼ੀਲਤਾ ਦਾ ਸਿਧਾਂਤ। ਠੀਕ ਹੈ ਜੀ। ਇਹ ਸਾਰੇ ਜਿਹੜੇ ਹੈਗੇ ਨੇ ਸਿਧਾਂਤ ਆਪਾਂ 1 ਬਾਏ 1 ਜਿਹੜੇ ਹੈਗੇ ਆ ਐਕਸਪਲੇਨ ਕਰਾਂਗੇ ਜੀ। ਹਾਂਜੀ, ਆਪਣੇ ਕੋਲ ਜਿਹੜਾ ਫਸਟ ਪੁਆਇੰਟ ਹੈਗਾ, ਜਿਹੜਾ ਫਸਟ ਸਿਧਾਂਤ ਹੈਗਾ ਜੀ ਵਿਅਕਤੀਗਤ ਅੰਤਰ ਦਾ ਸਿਧਾਂਤ। ਸਿੱਖਿਆ ਮਨੋਵਿਗਿਆਨੀਆਂ ਅਨੁਸਾਰ ਕਦੇ ਵੀ ਦੋ ਇਨਸਾਨ ਹੈ ਜਿਹੜੇ ਉਹ ਇੱਕੇ ਜਿਹੇ ਨਹੀਂ ਹੋ ਸਕਦੇ ਜੀ, ਕਿਉਂਕਿ ਹਰੇਕ ਇਨਸਾਨ ਦੇ ਜਿਹੜੇ ਵਿਚਾਰ ਹੈ, ਠੀਕ ਹੈ ਨਾ ਜੀ, ਜਾਂ ਉਹਨਾਂ ਦੀਆਂ ਰੁਚੀਆਂ ਨੇ ਜਾਂ ਉਹਨਾਂ ਦਾ ਜਿਹੜਾ ਮਾਨਸਿਕ ਤੇ ਜਿਹੜਾ ਸਰੀਰਕ ਵਿਕਾਸ ਹੈ ਉਹ ਅਲੱਗ-ਅਲੱਗ ਹੁੰਦਾ। ਠੀਕ ਹੈ ਜੀ। ਜਿੱਦਾਂ ਉਹਨਾਂ ਦੇ ਵਿੱਚ ਕਈ ਪ੍ਰਕਾਰ ਦੇ ਅੰਤਰ ਵੀ ਪਾਏ ਜਾਂਦੇ ਆ। ਠੀਕ ਹੈ ਜੀ। ਜਿਵੇਂ ਰੁਚੀਆਂ ਪ੍ਰਤੀ, ਠੀਕ ਹੈ, ਯੋਗਤਾਵਾਂ ਪ੍ਰਤੀ, ਬੌਧਿਕ, ਮਾਨਸਿਕ, ਸਰੀਰਕ ਆਦਿ। ਠੀਕ ਹੈ। ਇਸ ਲਈ ਭਾਸ਼ਾ ਦੇ ਅਧਿਆਪਕ ਨੂੰ ਹਰੇਕ ਬੱਚੇ ਦੀ ਯੋਗਤਾ ਅਤੇ
ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਸ਼ਾ ਦੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਹਰੇਕ ਬੱਚੇ ਦੀ ਯੋਗਤਾ ਦੇ ਸਮਰੱਥਾ ਦੇ ਅਨੁਸਾਰ ਹੀ ਜਿਹੜੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਠੀਕ ਹੈ, ਇਸ ਦੇ ਲਈ ਜਿਹੜੇ ਅਧਿਆਪਕ ਨੂੰ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਠੀਕ ਹੈ ਜੀ, ਇਸ ਲਈ ਅਧਿਆਪਕ ਵੱਲੋਂ ਧਿਆਨ ਦੇ ਯੋਗ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਕਿਹੜੀਆਂ ਜੀ, ਪਹਿਲਾ ਹੈਗਾ ਬੱਚਿਆਂ ਦੀਆਂ ਭਾਸ਼ਾਈ ਕਮਜ਼ੋਰੀਆਂ ਨੂੰ ਲੱਭਣਾ, ਵੀ ਬੱਚਾ ਕਿਹੜੀ ਜਗ੍ਹਾ ਤੋਂ ਜਿਹੜਾ ਹੈਗਾ ਕਮਜ਼ੋਰ ਆ, ਉਹਨੂੰ ਭਾਸ਼ਾ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਨੇ। ਠੀਕ ਹੈ ਜੀ, ਨੈਕਸਟ ਹੈ ਜੀ ਬੱਚਿਆਂ ਦੇ ਵਿੱਚ ਪਾਈਆਂ ਜਾਂਦੀਆਂ ਭਾਸ਼ਾ ਸੰਬੰਧੀ ਸਮੱਸਿਆਵਾਂ, ਜਿਵੇਂ ਉਚਾਰਨ ਦੀ ਸਮੱਸਿਆ, ਲਿਖਣ ਦੀ, ਪੜ੍ਹਨ ਦੀ, ਯਾਦ ਨਾ ਰੱਖਣ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ। ਠੀਕ ਹੈ, ਨੈਕਸਟ ਹੈ ਜੀ ਹਰੇਕ ਵਿਦਿਆਰਥੀ ਵੱਲ ਵਿਅਕਤੀਗਤ ਧਿਆਨ ਦੇਣਾ। ਠੀਕ ਹੈ ਜੀ, ਨੈਕਸਟ ਹੈ ਬੱਚਿਆਂ ਨੂੰ ਸ਼ੁੱਧ ਬੋਲਣ ਅਤੇ ਸ਼ੁੱਧ ਲਿਖਣ ਲਈ ਉਤਸ਼ਾਹਿਤ ਕਰਨਾ। ਠੀਕ ਹੈ ਜੀ, ਭਾਸ਼ਾ ਦਾ ਜਿਹੜਾ ਸ਼ੁੱਧ ਉਚਾਰਨ ਹੈ ਉਹ ਇਹਦੇ ਲਈ ਜ਼ਰੂਰੀ ਹੈ। ਸਮੇਂ-ਸਮੇਂ 'ਤੇ ਜਾਂਚ ਕਰਨ ਤੇ ਪ੍ਰੀਖਿਆ ਲੈਂਦੇ ਰਹਿਣਾ ਅਤੇ ਵਿਦਿਆਰਥੀਆਂ ਦੀਆਂ ਵਿਅਕਤੀਗਤ ਤਰੁੱਟੀਆਂ ਨੂੰ ਦੂਰ ਕਰਨੀਆਂ। ਠੀਕ ਹੈ ਜੀ, ਯਾਨੀ ਕਿ ਸਮੇਂ-ਸਮੇਂ 'ਤੇ ਜਿਵੇਂ ਟੈਸਟ ਵਗੈਰਾ ਹੋਣੇ ਚਾਹੀਦੇ ਆ ਬੱਚੇ ਦੇ। ਠੀਕ ਹੈ ਜੀ, ਅਤੇ ਉਹਨਾਂ ਦੇ ਵਿੱਚ ਜਿਹੜੀਆਂ ਕਮੀਆਂ ਉਹਨਾਂ ਨੂੰ ਦੂਰ ਕਰਨਾ। ਠੀਕ ਹੈ ਜੀ, ਬੱਚੇ ਦੇ ਵਿੱਚ ਕੁਦਰਤੀ ਕਮੀਆਂ ਜਿਵੇਂ ਬੱਬਲਪਨ ਆਦਿ ਦੂਰ ਕਰਨ ਦੇ ਵਿਸ਼ੇਸ਼ ਅਭਿਆਸ ਜਾਂ ਯਤਨ ਕਰਨੇ। ਠੀਕ ਹੈ ਜੀ। ਠੀਕ ਹੈ ਜੀ, ਨੈਕਸਟ ਹੈ ਆਪਣੇ ਕੋਲੇ ਵਿਅਕਤੀਗਤ ਭਿੰਨਤਾ ਦੇ ਸਿਧਾਂਤ ਦੇ ਲਾਭ, ਯਾਨੀ ਕਿ ਇਸ ਸਿਧਾਂਤ ਦੇ ਕੀ ਲਾਭ ਨੇ ਜੇਕਰ ਆਪਾਂ ਬੱਚੇ ਨੂੰ ਇੰਡੀਵਿਜੂਅਲ ਜਿਹੜੀ ਹੈਗੀ ਆ ਅਟੈਂਸ਼ਨ ਦਿੰਦੇ ਆ, ਉਹਨਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਦਾ ਧਿਆਨ ਰੱਖਦੇ ਆ ਅਤੇ ਉਹਨਾਂ ਨੂੰ ਦੂਰ ਕਰਦੇ ਆ। ਠੀਕ ਹੈ ਜੀ, ਕਮੀਆਂ ਨੂੰ ਜਿਹੜੀਆਂ ਉਹਦੇ ਵਿੱਚ ਕਮੀਆਂ ਹੁੰਦੀਆਂ ਨੇ, ਇਹਦੇ ਨਾਲ ਕੀ ਆ ਬੱਚੇ ਦਾ ਉਚਾਰਨ ਜਿਹੜਾ ਹੈਗਾ ਸ਼ੁੱਧ ਹੋਵੇਗਾ। ਠੀਕ ਹੈ ਜੀ, ਬੱਚੇ ਦੀਆਂ ਭਾਸ਼ਾਈ ਤਰੁੱਟੀਆਂ ਦੂਰ ਹੋਣਗੀਆਂ, ਪੜ੍ਹਨ ਦੀਆਂ ਜਿਹੜੀਆਂ ਰੁਚੀਆਂ ਵਧਣਗੀਆਂ। ਠੀਕ ਹੈ ਜੀ, ਬੱਚਿਆਂ ਨੂੰ ਪੜ੍ਹਨ ਲਈ ਅਭਿਪ੍ਰੇਰਨਾ ਮਿਲੇਗੀ, ਸਿੱਖਣ ਪ੍ਰਕਿਰਿਆ ਵਿੱਚ ਰੁਚੀ ਵਧੇਗੀ। ਠੀਕ ਹੈ, ਬੱਚੇ ਨੂੰ ਜਦੋਂ ਕੁਝ ਸਮਝ ਆਏਗਾ ਉਹ ਆਪੇ ਉਹਦੇ ਵਿੱਚ ਇੰਟਰਸਟ ਲਵੇਗਾ, ਰੁਚੀ ਲਵੇਗਾ। ਠੀਕ ਹੈ ਜੀ, ਬੱਚਿਆਂ ਦੀ ਯੋਗਤਾ ਅਨੁਸਾਰ ਹੀ ਸਹੀ ਉਹਨਾਂ ਦਾ ਮਾਰਗਦਰਸ਼ਨ ਕੀਤਾ ਜਾਵੇ। ਇਸ ਨੈਕਸਟ ਪੁਆਇੰਟ ਹੈ ਯੋਗਤਾ ਦੇ ਆਧਾਰ 'ਤੇ ਹੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਠੀਕ ਹੈ ਜੀ, ਨੈਕਸਟ ਪੁਆਇੰਟ ਆਪਣੇ ਕੋਲ ਜੀ ਅਭਿਆਸ ਦਾ ਸਿਧਾਂਤ। ਅਭਿਆਸ ਦਾ ਸਿਧਾਂਤ ਮਾਤ ਭਾਸ਼ਾ ਦੀ ਸਿੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਮਨੋਵਿਗਿਆਨੀਆਂ ਅਨੁਸਾਰ ਜਿੰਨੀ ਤੇਜ਼ ਰਫ਼ਤਾਰ ਨਾਲ ਬੱਚਾ ਸਿੱਖਦਾ ਹੈ ਉਨੀ ਹੀ ਜਲਦੀ ਉਹ ਯਾਦ ਕੀਤੀ ਵਸਤੂ ਨੂੰ ਭੁੱਲ ਜਾਂਦਾ ਹੈ। ਠੀਕ ਹੈ ਜੀ, ਜਿੰਨੀ ਜਲਦੀ ਆਪਾਂ ਚੀਜ਼ ਕੋਈ ਪੜ੍ਹਦੇ ਹਾਂ ਉਨੀ ਕੀ ਹੁੰਦੀ ਹੈ ਆਪਣੇ ਦਿਮਾਗ ਦੇ ਕਹਿੰਦੇ ਆ ਨਾ ਉੱਪਰ ਦੀ ਨਿਕਲ ਜਾਂਦੀ ਹੈ। ਠੀਕ ਹੈ ਨਾ ਜੀ, ਜੇ ਆਪਾਂ ਧਿਆਨ ਦੇ ਨਾਲ ਕਿਸੇ ਚੀਜ਼ ਨੂੰ ਪੜ੍ਹਦੇ ਹਾਂ ਤਾਂ ਹੀ ਉਹ ਆਪਾਂ ਨੂੰ ਸਮਝ ਲੱਗਦੀ ਹੈ। ਠੀਕ ਹੈ ਜੀ, ਇਸ ਲਈ ਬੱਚੇ ਨੂੰ ਲਗਾਤਾਰ ਅਭਿਆਸ ਕਰਵਾਏ ਜਾਣੇ ਚਾਹੀਦੇ ਹਨ। ਠੀਕ ਹੈ, ਤਾਂ ਜੋ ਉਸ ਦੇ ਗਿਆਨ ਨੂੰ ਪਕੇਰਾਪਨ ਦਿੱਤਾ ਜਾ ਸਕੇ। ਇਹਦਾ ਮਤਲਬ ਹੈ ਜੀ ਬੱਚੇ ਨੂੰ ਅਭਿਆਸ ਕਰਵਾਉਣੇ ਚਾਹੀਦੇ ਆ, ਬਾਰ-ਬਾਰ ਉਹ ਚੀਜ਼ਾਂ ਲਿਖਵਾਉਣੀਆਂ ਚਾਹੀਦੀਆਂ ਜਾਂ ਯਾਦ ਕਰਵਾਉਣੀਆਂ ਚਾਹੀਦੀਆਂ ਜਿਹਦੇ ਨਾਲ ਉਹ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਬੈਠ ਸਕਣ। ਠੀਕ ਹੈ ਜੀ, ਅਭਿਆਸ ਦੀ ਭਾਸ਼ਾ ਵਿੱਚ ਲਗਾਤਾਰ ਵਰਤੋਂ ਰਾਹੀਂ ਸਾਡੇ ਕੰਨ ਸੁਣਨ ਅਤੇ ਸੁਣ ਕੇ ਭਾਸ਼ਾ ਨੂੰ ਸਮਝਣ, ਜੀਭ ਬੇਰੋਕ ਬੋਲਣ ਅਤੇ ਵਿਚਾਰਾਂ ਨੂੰ ਸਪਸ਼ਟ ਢੰਗ ਦੇ ਨਾਲ ਪ੍ਰਗਟ ਕਰਨ ਅਤੇ ਹੱਥ ਲਿਖਣ ਵਿੱਚ ਨਿਪੁੰਨ ਹੋ ਜਾਂਦੇ ਹਨ। ਜਦੋਂ ਆਪਾਂ ਕਿਸੇ ਚੀਜ਼ ਨੂੰ ਜੀ ਚੰਗੀ ਤਰ੍ਹਾਂ ਆਪਾਂ ਸਿੱਖ ਜਾਂਦੇ ਹਾਂ। ਠੀਕ ਹੈ ਜੀ, ਫਿਰ ਉਹਦੇ ਲਈ ਕੀ ਹੈ ਆਪਾਂ ਨੂੰ ਮਤਲਬ ਉਹ ਚੀਜ਼ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਉਹਦੇ ਲਈ ਕੀ ਹੈ ਆਪਾਂ ਆਪਣੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਦੇ ਯੋਗ ਹੋ ਜਾਂਦੇ ਹਾਂ। ਠੀਕ ਹੈ ਜੀ, ਅਤੇ ਜਿਹੜਾ ਆਪਾਂ ਉਸ ਨੂੰ ਜਿਹੜਾ ਹੱਥ ਜਿਹੜੇ ਹੈਗੇ ਆਪਣੇ ਲਿਖਣ ਦੇ ਵਿੱਚ ਜਿਹੜੇ ਨਿਪੁੰਨ ਹੋ ਜਾਂਦੇ ਆ। ਠੀਕ ਹੈ, ਭਾਸ਼ਾ ਵਿਗਿਆਨੀ ਭਾਸ਼ਾ ਨੂੰ ਇੱਕ ਕਲਾ ਮੰਨਦੇ ਆ, ਵਿਗਿਆਨ ਨਹੀਂ, ਅਤੇ ਕਲਾ ਵਿੱਚ ਅਭਿਆਸ ਦੀ ਵਧੇਰੇ ਲੋੜ ਹੁੰਦੀ ਹੈ। ਠੀਕ ਹੈ ਜੀ, ਜਿਵੇਂ ਜਿਵੇਂ ਆਪਾਂ ਕਿਸੇ ਚੀਜ਼ ਦਾ ਅਭਿਆਸ ਕਰਦੇ ਹਾਂ ਉੱਦਾਂ ਉਹ ਚੀਜ਼ ਜਿਹੜੀ ਹੈਗੀ ਆ ਆਪਾਂ ਨੂੰ ਜਿਹੜੀ ਜ਼ਿਆਦਾ ਜਿਹੜੀ ਸਮਝ ਆਉਂਦੀ ਜਾਂਦੀ ਹੈ ਜੀ। ਠੀਕ ਹੈ, ਕਲੀਅਰ ਹੁੰਦੀ ਜਾਂਦੀ ਹੈ, ਉਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹ ਕਲੀਅਰ ਹੁੰਦੀਆਂ ਜਾਂਦੀਆਂ ਜੀ। ਹਾਂਜੀ, ਉਦਾਹਰਨ ਦੇ ਤੌਰ 'ਤੇ ਜਿੱਦਾਂ ਤੈਰਨਾ ਇੱਕ ਕਲਾ ਹੈ। ਠੀਕ ਹੈ ਜੀ, ਜਿੱਦਾਂ ਆਪਾਂ ਕਿਹਾ ਹੈਗਾ ਕਿ ਕਲਾ ਦੇ ਵਿੱਚ ਅਭਿਆਸ ਦੀ ਲੋੜ ਹੁੰਦੀ ਹੈ, ਇਸ ਲਈ ਐਗਜ਼ਾਮਪਲ ਦਿੱਤੀ ਹੋਈ ਹੈ। ਤੈਰਨ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਨਿਪੁੰਨਤਾ ਤਦੇ ਹੀ ਹੋਵੇਗੀ ਜੇਕਰ ਉਹ ਤੈਰਨ ਦਾ ਲਗਾਤਾਰ ਅਭਿਆਸ ਕਰੇਗਾ। ਜੇਕਰ ਉਹ ਤੈਰਨ ਦਾ ਆਪ ਅਭਿਆਸ ਨਹੀਂ ਕਰਦਾ ਹੈ ਤਾਂ ਉਹ ਠੀਕ ਹੈ, ਉਹ ਜੇਕਰ ਉਹ ਕਿਸੇ ਦੇ ਮੂੰਹੋਂ ਤੈਰਨ ਦੇ ਬਾਰੇ ਸਿਰਫ ਜਾਣੇਗਾ ਕਿ ਕਿੱਦਾਂ ਤੈਰੀਦਾ। ਠੀਕ ਹੈ ਜੀ, ਜਾਂ ਕਿਸੇ ਪੁਸਤਕ ਨੂੰ ਪੜ੍ਹ ਕੇ ਠੀਕ ਹੈ ਉਹ ਸਿੱਖੇਗਾ ਵੀ ਆਪਾਂ ਨੇ ਤੈਰਨਾ ਕਿੱਦਾਂ, ਤਾਂ ਉਹਦਾ ਮਤਲਬ ਉਹਨੂੰ ਤੈਰਨਾ ਨਹੀਂ ਆ ਜਾਂਦਾ। ਠੀਕ ਹੈ ਜੀ, ਇਸ ਦੇ ਲਈ ਅਭਿਆਸ ਦੀ ਜ਼ਰੂਰਤ ਪੈਂਦੀ ਹੈ। ਆਪਾਂ ਨੂੰ ਸਵੀਮਿੰਗ ਪੂਲ ਦੇ ਕੋਲ ਜਾਣਾ ਪੈਂਦਾ, ਖੁਦ ਤੈਰ ਕੇ ਦੇਖਣਾ ਪੈਂਦਾ ਜੀ, ਫਿਰ ਹੀ ਆਪਾਂ ਨੂੰ ਤੈਰਨਾ ਆਉਂਦਾ। ਠੀਕ ਹੈ ਜੀ, ਇੱਦਾਂ ਕਿਤਾਬਾਂ 'ਚੋਂ ਪੜ੍ਹ ਕੇ ਜਾਂ ਆਪਾਂ ਕਿਸੇ ਦੇ ਮੂੰਹ 'ਚੋਂ ਸੁਣ ਕੇ ਕਿ ਕਿੱਦਾਂ ਤੈਰਨਾ, ਇੱਦਾਂ ਆਪਾਂ ਤੈਰ ਨਹੀਂ ਸਕਦੇ। ਠੀਕ ਹੈ, ਇਸੇ ਲਈ ਜਿਹੜਾ ਹੈਗਾ ਆਪਾਂ ਨੂੰ ਇਹ ਜਿਹੜੀ ਐਗਜ਼ਾਮਪਲ ਦਿੱਤੀ ਹੋਈ ਹੈ। ਠੀਕ ਹੈ ਜੀ।
ਨੈਕਸਟ ਜਿਹੜਾ ਹਾਈਡ ਹੈ, ਹਾਈਡ ਨੇ ਕਿਹਾ ਜੀ ਜਿਹੜੀ ਭਾਸ਼ਾ ਦੀ ਕਲਾ ਸਿੱਖਣਾ ਵਧੇਰੇ ਸੌਖਾ ਅਤੇ ਕੁਸ਼ਲ ਹੋ ਜਾਂਦਾ ਹੈ ਜੇ ਅਭਿਆਸ ਦਾ ਇੱਕ ਸਮਾਂ ਨਾ ਰੱਖਿਆ ਜਾਵੇ, ਸਗੋਂ ਉਸ ਨੂੰ ਵੱਖ-ਵੱਖ ਵਕਫਿਆਂ ਵਿੱਚ ਵੰਡ ਕੇ ਬਾਰ-ਬਾਰ ਕਰਵਾਇਆ ਜਾਵੇ। ਇਸ ਦਾ ਮਤਲਬ ਹੈ ਜੀ ਉਹ ਕਹਿੰਦੇ ਆ ਵੀ ਜੇਕਰ ਭਾਸ਼ਾ ਦੀ ਜਿਹੜੀ ਕਲਾ ਸਿੱਖਣੀ ਆ ਆਪਾਂ ਨੂੰ ਉਹ ਵਧੇਰੇ ਸੌਖੀ ਹੋ ਜਾਂਦੀ ਹੈ। ਠੀਕ ਹੈ ਜੀ, ਜੇਕਰ ਇਹਦਾ ਇੱਕ ਪਰਟੀਕੂਲਰ ਜਿਹੜਾ ਟਾਈਮ ਆ ਵੀ ਆਪਾਂ 9 ਤੋਂ 10 ਹੀ ਸੋਚੀਏ ਵੀ ਆਪਾਂ ਮਤਲਬ ਇਹਦੇ ਵਿੱਚ ਅਭਿਆਸ ਕਰਨਾ ਵੀ ਇੱਕ ਜਿਹੜਾ ਸਮਾਂ ਨਾ ਰੱਖਿਆ ਜਾਵੇ, ਸਗੋਂ ਉਸ ਨੂੰ ਵੱਖ-ਵੱਖ ਜਿਹੜੇ ਵਕਫਿਆਂ ਦੇ ਵਿੱਚ ਵੰਡ ਕੇ ਬਾਰ-ਬਾਰ ਕਰਵਾਇਆ ਜਾਵੇ। ਜਦੋਂ ਵੀ ਆਪਾਂ ਨੂੰ ਟਾਈਮ ਮਿਲੇ ਜੀ ਉਦੋਂ ਹੀ ਜਿਹੜਾ ਹੈਗਾ ਅਭਿਆਸ ਕਰ ਲੈਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਆਪਾਂ ਨੇ ਇੱਕ ਟਾਈਮ ਲਿੱਤਾ ਯਾਨੀ ਕਿ 9 ਤੋਂ 10 ਵਿੱਚ ਹੀ ਪ੍ਰੈਕਟਿਸ ਕਰਨੀ ਹੈ ਇਸ ਚੀਜ਼ ਦੀ। ਜਦੋਂ ਵੀ ਆਪਾਂ ਨੂੰ ਜਿੱਥੇ ਵੀ ਟਾਈਮ ਮਿਲੇ ਉਸ ਟਾਈਮ ਹੀ ਉਹਦੀ ਜਿਹੜੀ ਪ੍ਰੈਕਟਿਸ ਆ ਬਾਰ-ਬਾਰ ਜਿਹੜੀ ਹੈਗੀ ਆਪਾਂ ਨੂੰ ਕਰਨੀ ਚਾਹੀਦੀ ਹੈ ਜੀ, ਫਿਰ ਹੀ ਆਪਾਂ ਉਸ ਚੀਜ਼ ਨੂੰ ਜਿਹੜਾ ਸਿੱਖ ਸਕਦੇ ਹਾਂ। ਠੀਕ ਹੈ ਜੀ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਹੈਗਾ ਅਭਿਆਸ ਦਾ ਸਿਧਾਂਤ ਅਤੇ ਮਾਤ ਭਾਸ਼ਾ ਦੇ ਅਧਿਆਪਕ ਵੱਲੋਂ ਜਿਹੜੀਆਂ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਜੀ। ਉਹ ਕਿਹੜੀਆਂ ਕਿ ਵਿਦਿਆਰਥੀਆਂ ਦੇ ਵਿੱਚ ਸੋਚਣ ਦੀ ਆਦਤ ਵਿਕਸਿਤ ਕੀਤੀ ਜਾਵੇ, ਕਿ ਬੱਚੇ ਨੂੰ ਸੋਚਣ ਦੇ ਲਈ ਉੱਦਾਂ ਦੀ ਉਹਨਾਂ ਦੀ ਨੇਚਰ ਬਣਾਈ ਜਾਵੇ ਕਿ ਹਰੇਕ ਚੀਜ਼ ਬਾਰੇ ਉਹ ਡੂੰਘਾਈ ਦੇ ਨਾਲ ਸੋਚਣ। ਠੀਕ ਹੈ ਜੀ। ਨੈਕਸਟ ਅਧਿਆਪਨ ਦੇ ਵਿੱਚ ਪ੍ਰਸ਼ਨ ਉੱਤਰ ਵਿਧੀ ਅਪਣਾਈ ਜਾਵੇ, ਬੱਚਿਆਂ ਤੋਂ ਬਾਰ-ਬਾਰ ਜਿਹੜੇ ਹੈਗੇ ਆ ਪ੍ਰਸ਼ਨ ਪੁੱਛਣੇ ਚਾਹੀਦੇ ਆ। ਠੀਕ ਹੈ ਜੀ, ਉਹ ਤੇ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਜਿਹੜੀ ਚੀਜ਼ ਨਹੀਂ ਕਲੀਅਰ ਹੁੰਦੀ ਉਹ ਟੀਚਰ ਤੋਂ ਵੀ ਜਿਹੜਾ ਹੈਗਾ ਉਹ ਉਸ ਬਾਰੇ ਪੁੱਛ ਸਕੇ। ਠੀਕ ਹੈ ਜੀ। ਵਿਦਿਆਰਥੀਆਂ ਦੇ ਵਿੱਚ ਰਚਨਾ ਕਾਰਜ ਰਾਹੀਂ ਲਿਖਣ ਦੀ ਆਦਤ ਜਿਹੜੀ ਹੈਗੀ ਹੈ ਵਿਕਸਿਤ ਕੀਤੀ ਜਾਵੇ। ਠੀਕ ਹੈ ਜੀ, ਲਿਖਣ ਦੀ ਜਿਹੜੀ ਆਦਤ ਹੈਗੀ ਹੈ ਉਹ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਘਰ ਦੇ ਕੰਮ ਨੂੰ ਅਧਿਆਪਨ ਅਤੇ ਸਿੱਖਣ ਦਾ ਜਿਹੜਾ ਜ਼ਰੂਰੀ ਹਿੱਸਾ ਬਣਾਇਆ ਜਾਵੇ। ਬੱਚਿਆਂ ਅੰਦਰ ਸੁਣਨ ਕੌਸ਼ਲ ਅਤੇ ਬੋਲਣ ਕੌਸ਼ਲ ਜਿਹੜਾ ਹੈਗਾ ਵਿਕਸਿਤ ਕੀਤਾ ਜਾਵੇ। ਕਲਾਸ ਵਿੱਚ ਬੱਚੇ ਨੂੰ ਹਰ ਵੇਲੇ ਕਿਰਿਆਸ਼ੀਲ ਰੱਖਿਆ ਜਾਵੇ, ਉਹਨਾਂ ਨੂੰ ਐਕਟਿਵ ਰੱਖਣਾ ਚਾਹੀਦਾ ਹੈ। ਠੀਕ ਹੈ ਜੀ, ਕੋਈ ਨਾ ਕੋਈ ਐਕਟੀਵਿਟੀ ਜਿਹੜੀ ਹੈਗੀ ਹੈ ਦਿੱਤੀ ਜਾਣੀ ਚਾਹੀਦੀ ਹੈ। ਵਿਸ਼ੇ ਦੇ ਨਾਲ ਸੰਬੰਧਿਤ ਕਲਾਸ ਮੁਕਾਬਲੇ ਜਿਹੜੇ ਹੈਗੇ ਆ ਉਹ ਵੀਕਲੀ ਬੇਸਿਸ 'ਤੇ ਜਾਂ ਮੰਥਲੀ ਬੇਸਿਸ 'ਤੇ, ਠੀਕ ਹੈ, ਜਾਂ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਜਿਹੜੇ ਹੈਗੇ ਆ ਕਲਾਸ ਮੁਕਾਬਲੇ ਵੀ ਕਰਵਾਏ ਜਾਣੇ ਚਾਹੀਦੇ ਆ। ਠੀਕ ਹੈ ਜੀ। ਹਾਂਜੀ, ਨੈਕਸਟ ਆਪਣੇ ਕੋਲੇ ਅਭਿਆਸ ਦੇ ਸਿਧਾਂਤ ਦੇ ਲਾਭ। ਠੀਕ ਹੈ, ਇਹਦੇ 'ਚ ਜੀ ਫਸਟ ਪੁਆਇੰਟ ਆਪਣੇ ਕੋਲੇ ਵਿਦਿਆਰਥੀ ਵਧੇਰੇ ਕਿਰਿਆਸ਼ੀਲ ਰਹਿੰਦਾ ਹੈ। ਨੈਕਸਟ ਹੈ ਜੀ ਪੜ੍ਹਨ ਰੁਚੀਆਂ ਵਿਕਸਿਤ ਹੁੰਦੀਆਂ ਹਨ, ਲਿਖਣ ਦੀ ਆਦਤ ਵਿਕਸਿਤ ਹੁੰਦੀ ਹੈ, ਯਾਦ ਸ਼ਕਤੀ ਵਿੱਚ ਪਕੇਰਾਪਨ ਆਉਂਦਾ ਹੈ। ਠੀਕ ਹੈ ਜੀ, ਸਿੱਖਣ ਕਲਾ ਵਿੱਚ ਪਰਪੱਕਤਾ ਆਉਂਦੀ ਹੈ, ਅਧਿਆਪਨ ਉਦੇਸ਼ਾਂ ਦੀ ਪੂਰਤੀ ਹੁੰਦੀ ਹੈ, ਘਰ ਦੇ ਵਿਹਲੇ ਸਮੇਂ ਦੀ ਉਪਯੋਗੀ ਵਰਤੋਂ, ਬੱਚੇ ਦੀ ਸੋਚਣ ਅਤੇ ਸਮਝਣ ਸ਼ਕਤੀ ਵਿਕਸਿਤ ਹੁੰਦੀ ਹੈ, ਅਧਿਆਪਨ ਪ੍ਰਕਿਰਿਆ ਵਿੱਚ ਨਿਖਾਰ ਆਉਂਦਾ ਹੈ, ਗਿਆਨ ਦੇ ਵਾਧੇ ਵਿੱਚ ਨਿਰੰਤਰ ਵਿਕਾਸ ਹੋਵੇਗਾ ਜਾਂ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਜੀ ਆਪਣੇ ਕੋਲੇ ਵਿਦਿਆਰਥੀ ਕੇਂਦਰਤਾ ਦਾ ਸਿਧਾਂਤ। ਵਿਦਿਆਰਥੀ ਕੇਂਦਰਤਾ ਦੇ ਸਿਧਾਂਤ ਦਾ ਅਰਥ ਹੈ ਅਧਿਆਪਨ ਕਾਰਜ ਵਿੱਚ ਵਿਦਿਆਰਥੀਆਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਸੀਮਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਸਿੱਖਿਆ ਨਾ ਤਾਂ ਪੁਸਤਕ ਕੇਂਦਰਿਤ ਹੋਣੀ ਚਾਹੀਦੀ ਹੈ ਤੇ ਨਾ ਹੀ ਅਧਿਆਪਨ ਕੇਂਦਰਿਤ, ਇਹ ਕੇਵਲ ਵਿਦਿਆਰਥੀ ਕੇਂਦਰਿਤ ਹੀ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਜੀ ਕਿ ਜਿਹੜਾ ਵਿਦਿਆਰਥੀ ਕੇਂਦਰਤਾ ਦਾ ਸਿਧਾਂਤ ਇੱਥੋਂ ਹੀ ਤੁਹਾਨੂੰ ਕਲੀਅਰ ਹੋ ਜਾਂਦਾ ਹੈਗਾ ਕਿ ਜਿਹੜਾ ਸਾਰਾ ਅਧਿਆਪਨ ਹੈ ਜੀ ਉਹ ਕੀ ਹੋਣਾ ਚਾਹੀਦਾ ਹੈ, ਵਿਦਿਆਰਥੀ ਕੇਂਦਰਿਤ ਹੋਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦੀਆਂ ਜੋ ਵੀ ਸਟੂਡੈਂਟ ਸਿੱਖਣਾ ਚਾਹੁੰਦੇ ਆ ਉਹਨਾਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਦੇ ਅਕੋਰਡਿੰਗਲੀ ਹੀ ਟੀਚਰ ਨੂੰ ਆਪਣੇ ਜਿਹੜੇ ਮੈਥਡ ਆ ਉਹ ਯੂਜ਼ ਕਰਕੇ ਉਹਨਾਂ ਨੂੰ ਸਿਖਾਇਆ ਜਾਣਾ ਚਾਹੀਦਾ। ਠੀਕ ਹੈ ਜੀ। ਇਹਦੇ ਵਿੱਚ ਇਹ ਕੇਵਲ ਵਿਦਿਆਰਥੀ ਕੇਂਦਰਿਤ ਹੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਹੈਗਾ ਅਧਿਆਪਨ ਦੇ ਪੜ੍ਹਾਉਣ ਦੇ ਯਤਨਾਂ ਨੂੰ ਸਫਲ ਬਣਾਇਆ ਜਾ ਸਕੇ। ਠੀਕ ਹੈ ਜੀ। ਜੀ ਇਹਦੇ ਵਿੱਚ ਆਪਣੇ ਕੋਲੇ ਅਧਿਆਪਕ ਵੱਲੋਂ ਮਾਤ ਭਾਸ਼ਾ ਅਧਿਆਪਨ ਸਮੇਂ ਧਿਆਨ ਰੱਖਣ ਯੋਗ ਜਿਹੜੀਆਂ ਗੱਲਾਂ ਨੇ ਜੀ। ਬੱਚੇ ਦੇ ਮਾਨਸਿਕ ਰੁਚੀਆਂ ਨੂੰ ਧਿਆਨ ਵਿੱਚ ਰੱਖਣਾ। ਠੀਕ ਹੈ ਜੀ, ਉਹਨਾਂ ਦੀਆਂ ਰੁਚੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਚਿਤ ਪੜ੍ਹਾਉਣ ਵਿਧੀਆਂ ਦੀ ਵਰਤੋਂ ਕਰਨੀ, ਯਾਨੀ ਕਿ ਜਿਹੜੇ ਟੀਚਿੰਗ ਦੇ ਮੈਥਡ ਨੇ ਜੀ, ਪੜ੍ਹਾਉਣ ਦੀਆਂ ਵਿਧੀਆਂ ਨੇ ਉਹ ਮਤਲਬ ਜੋ ਵੀ ਆਪਾਂ ਪੜ੍ਹਾ ਰਹੇ ਹਾਂ ਉਹਨਾਂ ਦੇ ਅਕੋਰਡਿੰਗਲੀ ਹੋਣੀਆਂ ਚਾਹੀਦੀਆਂ ਜੀ। ਪੜ੍ਹਾਉਣ ਸਮੇਂ ਸਹਾਇਕ ਸਾਧਨਾਂ ਦੀ ਵਰਤੋਂ ਕੀਤੀ ਜਾਵੇ, ਟੀਚਿੰਗ ਏਡਸ, ਠੀਕ ਹੈ, ਜਿੱਦਾਂ ਮੋਡਲਸ ਵਗੈਰਾ, ਇਹਨਾਂ ਜਿੱਦਾਂ ਵੀ ਜ਼ਰੂਰਤ ਪਵੇ ਜਿਹੜੀ ਵੀ ਚੀਜ਼ ਦੀ ਉੱਦਾਂ ਦੀ ਯੂਜ਼ ਕੀਤਾ ਜਾਣਾ ਚਾਹੀਦਾ। ਠੀਕ ਹੈ ਜੀ। ਬੱਚਿਆਂ ਦੇ ਵਿਅਕਤੀਗਤ ਅੰਤਰਾਂ ਨੂੰ ਧਿਆਨ ਵਿੱਚ ਰੱਖਣਾ। ਠੀਕ ਹੈ ਜੀ। ਵਿਸ਼ਾ ਵਸਤੂ ਦੀ ਚੋਣ ਸਮੇਂ ਬੱਚੇ ਦੀਆਂ ਮੁੱਖ ਲੋੜਾਂ ਨੂੰ ਧਿਆਨ ਵਿੱਚ ਰੱਖਣਾ। ਇਹਦੇ ਵਿੱਚ ਯਾਨੀ ਕਿ ਬੱਚਾ ਉਹ ਚੀਜ਼ ਸਿੱਖ ਸਕਦਾ ਜਾਂ ਨਹੀਂ, ਉਹਦੀ ਏਜ ਦੇ ਅਕੋਰਡਿੰਗਲੀ ਹੀ ਜਿਹੜਾ ਆਪਾਂ ਨੂੰ ਕੰਟੈਂਟ ਹੈ ਉਹ ਲੈਣਾ ਚਾਹੀਦਾ। ਠੀਕ ਹੈ ਜੀ। ਉਚਿਤ ਵਾਤਾਵਰਨ ਪ੍ਰਦਾਨ ਕਰਨਾ। ਅਧਿਆਪਨ ਨੂੰ ਰੌਚਕ ਬਣਾਉਣ ਦੇ ਲਈ ਰੌਚਕ ਉਦਾਹਰਨਾਂ ਦਿੱਤੀਆਂ ਜਾਣ। ਠੀਕ ਹੈ ਜੀ। ਯਾਨੀ ਕਿ ਡੇਲੀ ਯੂਜ਼ ਦੀਆਂ ਆਪਾਂ ਉਦਾਹਰਨਾਂ ਦੇ ਸਕਦੇ ਹਾਂ, ਜਿੱਦਾਂ ਬੱਚੇ ਨੂੰ ਕੋਈ ਵੀ ਟੌਪਿਕ ਕਰਾ ਰਹੇ ਹਾਂ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਨੂੰ ਜੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵਿੱਚ ਕੀ ਆ ਵਿਦਿਆਰਥੀ ਕੇਂਦਰਿਤ ਸਿਧਾਂਤ ਦੇ ਲਾਭ ਕੀ ਨੇ ਜੀ।
ਬੱਚੇ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਇਹਦੇ ਵਿੱਚ, ਠੀਕ ਹੈ ਜੀ। ਸਿੱਖਿਆ ਸਹਾਇਕ ਸਾਧਨ ਜਿਵੇਂ ਬੱਚੇ ਨੂੰ ਵਧੇਰੇ ਕਿਰਿਆਸ਼ਾਲੀ ਬਣਾਉਂਦੇ ਆ, ਠੀਕ ਹੈ ਜੀ। ਬੱਚਿਆਂ ਵਿੱਚ ਭਿੰਨ ਕੌਸ਼ਲ ਜਿਵੇਂ ਸੁਣਨ, ਲਿਖਣ, ਪੜ੍ਹਨ, ਬੋਲਣ ਆਦਿ ਦਾ ਵਿਕਾਸ ਕੀਤਾ ਜਾਂਦਾ ਹੈ, ਠੀਕ ਹੈ। ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਵਿੱਚ ਸਹਾਇਤਾ, ਬੱਚੇ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਇਹਦੇ ਨਾਲ ਜੀ। ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਇਹਦੇ ਵਿੱਚ, ਠੀਕ ਹੈ ਜੀ। ਨੈਕਸਟ ਹੈ ਜੀ ਰੁਚੀ ਦਾ ਸਿਧਾਂਤ। ਸਿੱਖਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਸ ਦਾ ਰੌਚਕ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਪਾਠ ਨੀਰਸ ਅਤੇ ਬੇਰੁਖਾ ਹੋਣ ਤੋਂ ਬਚ ਜਾਂਦਾ ਹੈ, ਠੀਕ ਹੈ ਜੀ। ਜੇਕਰ ਆਪਾਂ ਨੇ ਸਿੱਖਣ ਕਿਰਿਆ ਨੂੰ ਜਿਹੜਾ ਪ੍ਰਭਾਵਸ਼ਾਲੀ ਬਣਾਉਣਾ ਜੀ, ਆਪਾਂ ਨੂੰ ਲੱਗਦਾ ਹੈ ਕਿ ਬੱਚਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਿੱਖ ਲਵੇ ਤਾਂ ਉਸ ਦਾ ਇੰਟਰਸਟ, ਬੱਚਿਆਂ ਦਾ ਉਸ ਦੇ ਵਿੱਚ ਇੰਟਰਸਟ ਹੋਣਾ ਬਹੁਤ ਜ਼ਰੂਰੀ ਹੈ ਜੀ। ਉਹਨੂੰ ਰੌਚਕ ਬਣਾਉਣਾ ਚਾਹੀਦਾ ਤਾਂ ਕਿ ਬੱਚੇ ਉਹਨੂੰ ਸਿੱਖ ਸਕਣ, ਠੀਕ ਹੈ ਜੀ। ਇਹਦੇ ਨਾਲ ਬੱਚਿਆਂ ਨੂੰ ਉਹ ਚੀਜ਼ ਬੋਰਿੰਗ ਨਹੀਂ ਲੱਗੇਗੀ, ਯਾਨੀ ਕਿ ਬੱਚੇ ਤੋਂ ਵੀ ਆਪਾਂ ਕੋਈ ਐਕਟੀਵਿਟੀਜ਼ ਵਿੱਚ ਕਰਵਾ ਲਈਏ ਜਾਂ ਉਹਨਾਂ ਨੂੰ ਪੜ੍ਹਾਈਏ ਇਸ ਮੈਥਡ ਦੇ ਨਾਲ, ਠੀਕ ਹੈ ਨਾ ਜੀ। ਨੈਕਸਟ ਇਹਦੇ ਵਿੱਚ ਹਰਬਰਟ ਅਨੁਸਾਰ ਅਧਿਆਪਕ ਨੂੰ ਬੱਚੇ ਦੀ ਰੁਚੀ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਬੱਚੇ ਦੀ ਰੁਚੀ ਪੜ੍ਹਨ ਵੱਲ ਨਾ ਹੋਵੇ, ਉਸ ਨੂੰ ਪੜ੍ਹਾਉਣ ਨਾਲ ਉਸਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਪਾਠ ਪੜ੍ਹਾਉਣ ਤੋਂ ਪਹਿਲਾਂ ਬੱਚਿਆਂ ਦੀ ਉਸ ਪਾਠ ਵਿੱਚ ਰੁਚੀ ਉਤਪੰਨ ਕਰਨੀ ਚਾਹੀਦੀ ਹੈ ਜਿਸ ਨਾਲ ਉਹ ਪਾਠ ਨੂੰ ਚੰਗੀ ਤਰ੍ਹਾਂ ਸਮਝ ਸਕਣ, ਠੀਕ ਹੈ ਜੀ। ਇਸ ਦਾ ਮਤਲਬ ਕੀ ਹੈ ਜੀ, ਜੇਕਰ ਆਪਾਂ ਨੂੰ ਕਿਸੇ ਚੀਜ਼ ਦੇ ਵਿੱਚ ਰੁਚੀ ਨਹੀਂ ਹੋਏਗੀ ਤਾਂ ਆਪਾਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਸਿੱਖ ਸਕਾਂਗੇ, ਠੀਕ ਹੈ ਜੀ। ਜਿਹੜੇ ਥਾਰਨਟਾਈਕ ਸੀ ਜੀ, ਉਹਨਾਂ ਦੇ ਕੀ ਵਿਚਾਰ ਸੀ ਇਸ ਦੇ ਵਿੱਚ? ਦਿਲਚਸਪੀ ਤੋਂ ਸੰਤੁਸ਼ਟੀ ਪੈਦਾ ਹੁੰਦੀ ਹੈ। ਸੰਤੁਸ਼ਟੀ ਸਿੱਖਣ ਨੂੰ ਉੱਨਤ ਕਰਦੀ ਹੈ ਅਤੇ ਚੰਗਾ ਸਿੱਖਣ ਨਾਲ ਉਚੇਰੀ ਕੁਸ਼ਲਤਾ ਅਤੇ ਤਸੱਲੀ ਪ੍ਰਾਪਤ ਹੁੰਦੀ ਹੈ, ਠੀਕ ਹੈ ਜੀ। ਜਿੰਨਾ ਚਿਰ ਆਪਾਂ ਚੰਗੀ ਤਰ੍ਹਾਂ ਨਹੀਂ ਸਿੱਖਦੇ, ਠੀਕ ਹੈ ਜੀ, ਉਨੀ ਦੇਰ ਆਪਾਂ ਨੂੰ ਜਿਹੜੀ ਹੈਗੀ ਹੈ ਤਸੱਲੀ ਨਹੀਂ ਮਿਲਦੀ, ਜਿੰਨਾ ਚਿਰ ਆਪਾਂ ਉਸ ਚੀਜ਼ ਨੂੰ ਰੁਚੀ ਦੇ ਨਾਲ ਨਹੀਂ ਸਿੱਖਾਂਗੇ, ਠੀਕ ਹੈ ਜੀ। ਨੈਕਸਟ ਹੈ ਜਿਹਦੇ ਵਿੱਚ ਅਧਿਆਪਕ ਵੱਲੋਂ ਮਾਤ ਭਾਸ਼ਾ ਅਧਿਆਪਨ ਸਮੇਂ ਧਿਆਨ ਰੱਖਣ ਯੋਗ ਗੱਲਾਂ। ਅੱਖਰ ਗਿਆਨ ਜਾਂ ਸ਼ਬਦਾਵਲੀ ਗਿਆਨ ਦੇਣ ਲਈ ਖੇਡ ਵਿਧੀ ਦਾ ਪ੍ਰਯੋਗ ਕੀਤਾ ਜਾਵੇ, ਠੀਕ ਹੈ ਜੀ। ਬੱਚਿਆਂ ਨੂੰ ਖੇਡ ਦੇ ਵਿੱਚ ਸਿਖਾਇਆ ਜਾਣਾ ਚਾਹੀਦਾ ਹੈ। ਪੂਰਵ ਗਿਆਨ ਦੇ ਆਧਾਰ 'ਤੇ ਹੀ ਨਵੇਂ ਗਿਆਨ ਨੂੰ ਪ੍ਰਸਤੁਤ ਕੀਤਾ ਜਾਣਾ ਹੈ, ਠੀਕ ਹੈ ਜੀ। ਜੋ ਬੱਚਿਆਂ ਨੂੰ ਪਹਿਲਾਂ ਆਉਂਦਾ ਹੋਵੇ ਉਸ ਦੇ ਆਧਾਰ 'ਤੇ ਹੀ ਜਿਹੜਾ ਨੈਕਸਟ ਹੈ ਜਿਹੜਾ ਨਵਾਂ ਜਿਹੜਾ ਗਿਆਨ ਆ ਉਹ ਦੇਣਾ ਚਾਹੀਦਾ ਬੱਚਿਆਂ ਨੂੰ, ਠੀਕ ਹੈ ਜੀ। ਬੱਚਿਆਂ ਦੀ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਕੋਲੋਂ ਪ੍ਰਸ਼ਨ ਪੁੱਛੇ ਜਾਣ। ਰੋਜ਼ਾਨਾ ਦੀਆਂ ਕਿਰਿਆਵਾਂ ਅਤੇ ਘਟਨਾਵਾਂ ਨੂੰ ਮਾਤ ਭਾਸ਼ਾ ਪੜ੍ਹਾਉਣ ਦਾ ਆਧਾਰ ਬਣਾਇਆ ਜਾਵੇ, ਯਾਨੀ ਕਿ ਡੇਲੀ ਜੋ ਵੀ ਮਤਲਬ ਘਟਨਾਵਾਂ ਘਟ ਰਹੀਆਂ ਜਾਂ ਕਿਰਿਆਵਾਂ ਹੋ ਰਹੀਆਂ ਉਹਨਾਂ ਨੂੰ ਆਪਾਂ ਐਗਜ਼ਾਮਪਲਸ ਵਗੈਰਾ ਦੇ ਕੇ ਜਿਹੜਾ ਹੈਗਾ ਆਪਾਂ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ। ਪਾਠ ਪੜ੍ਹਾਉਂਦੇ ਸਮੇਂ ਉਚਿਤ ਸਹਾਇਕ ਸਾਧਨਾਂ ਦੀ ਵਰਤੋਂ ਕੀਤੀ ਜਾਵੇ, ਠੀਕ ਹੈ ਜੀ। ਪਾਠ ਨੂੰ ਰੌਚਕਮਈ ਬਣਾਉਣ ਲਈ ਵੰਨ ਸੁਵੰਨਤਾ ਦੇ ਸਿਧਾਂਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ, ਠੀਕ ਹੈ ਜੀ। ਯਾਨੀ ਕਿ ਡੇਲੀ ਇਹ ਨਹੀਂ ਹੈ ਕਿ ਇੱਕ ਹੀ ਮੈਥਡ ਯੂਜ਼ ਕਰੀ ਚੱਲੋ, ਅਲੱਗ-ਅਲੱਗ ਮੈਥਡ ਯੂਜ਼ ਕਰੋ, ਠੀਕ ਹੈ ਜੀ। ਅਲੱਗ-ਅਲੱਗ ਐਗਜ਼ਾਮਪਲਸ ਦਿਓ ਤਾਂ ਕਿ ਬੱਚੇ ਉਸ ਚੀਜ਼ ਤੋਂ ਬੋਰ ਨਾ ਹੋਵੇ, ਠੀਕ ਹੈ ਜੀ। ਨੈਕਸਟ ਹੈ ਅਧਿਆਪਕ ਦਾ ਵਿਦਿਆਰਥੀਆਂ ਪ੍ਰਤੀ ਵਰਤਾਓ ਹਮਦਰਦੀਪੂਰਨ ਹੋਣਾ ਚਾਹੀਦਾ ਹੈ। ਵਿਆਕਰਨ ਵਰਗੇ ਰੁੱਖੇ ਅਤੇ ਔਖੇ ਵਿਸ਼ੇ ਲਈ ਆਗਮਨ ਨਿਗਮਨ ਵਿਧੀ ਤੋਂ ਹੀ ਕੰਮ ਲੈਣਾ ਚਾਹੀਦਾ ਹੈ, ਠੀਕ ਹੈ ਜੀ। ਰਚਨਾ ਦੇ ਕੰਮ ਲਈ ਚਿੱਤਰਾਂ ਅਤੇ ਤਸਵੀਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਠੀਕ ਹੈ ਜੀ। ਬੱਚਿਆਂ ਨੂੰ ਚਿੱਤਰਾਂ ਅਤੇ ਤਸਵੀਰਾਂ ਦਿਖਾ ਕੇ ਉਹਨਾਂ ਤੋਂ ਹੀ ਜਿਹੜੀ ਹੈਗੀ ਆ ਰਚਨਾ ਦੇ ਕੰਮ ਲਈ ਜਾਣੀ ਚਾਹੀਦੀ ਹੈ, ਠੀਕ ਹੈ ਜੀ। ਸੁਧਾਈ ਦਾ ਕੰਮ ਕਰਦੇ ਸਮੇਂ ਅਧਿਆਪਕ ਦਾ ਬੱਚਿਆਂ ਨਾਲ ਵਤੀਰਾ ਚੰਗਾ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਰੁਚੀ ਦੇ ਸਿਧਾਂਤ ਦੇ ਲਾਭ ਜੀ। ਬੱਚੇ ਦੇ ਮਨੋਵਿਗਿਆਨ ਅਨੁਸਾਰ ਖੇਡ ਰਾਹੀਂ ਬੱਚਾ ਗਿਆਨ ਹਾਸਲ ਕਰ ਲੈਂਦਾ, ਯਾਨੀ ਕਿ ਬੱਚਾ ਖੇਡਦੇ ਹੀ ਸਿੱਖ ਲੈਂਦਾ, ਉਹਨੂੰ ਪਤਾ ਵੀ ਨਹੀਂ ਚੱਲਦਾ ਕਿ ਉਹਨੇ ਉਹ ਚੀਜ਼ ਸਿੱਖ ਲਈ, ਠੀਕ ਹੈ ਜੀ। ਅਤੇ ਨਾਲੇ ਉਹਨੂੰ ਜਿਹੜਾ ਖੇਡ ਦੇ ਰਾਹੀਂ ਸਿੱਖਿਆ ਹੁੰਦਾ ਬੱਚੇ ਨੂੰ ਉਹ ਚੀਜ਼ ਜ਼ਿਆਦਾ ਦੇਰ ਤੱਕ ਯਾਦ ਵੀ ਰਹਿੰਦੀ ਹੈ। ਨੈਕਸਟ ਪੁਆਇੰਟ ਹੈ ਜੀ ਬੱਚੇ ਅੰਦਰ ਪੜ੍ਹਨ ਪ੍ਰਤੀ ਰੁਚੀ ਪੈਦਾ ਹੁੰਦੀ ਹੈ, ਠੀਕ ਹੈ ਜੀ। ਅਧਿਆਪਕ ਅਤੇ ਵਿਦਿਆਰਥੀ ਵਿੱਚ ਚੰਗੇ ਸੰਬੰਧ ਕਾਇਮ ਹੁੰਦੇ ਹਨ। ਵਿਆਕਰਨ ਵਰਗੇ ਔਖੇ ਵਿਸ਼ੇ ਨੂੰ ਵੀ ਬੱਚਾ ਵਧੀਆ ਅਤੇ ਸਰਲ ਢੰਗ ਦੇ ਨਾਲ ਸਿੱਖ ਲੈਂਦਾ ਹੈ। ਬੱਚੇ ਅੰਦਰ ਜਿਹੜਾ ਆਤਮ ਵਿਸ਼ਵਾਸ ਵੱਧਦਾ ਹੈ। ਅਧਿਆਪਨ ਅਤੇ ਸਿੱਖਣ ਦੋਹਾਂ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਂਦਾ ਹੈ। ਬੱਚਾ ਪੜ੍ਹਨ ਸਮੇਂ ਜਿਹੜਾ ਹੈਗਾ ਕਿਰਿਆਸ਼ੀਲ ਰਹਿੰਦਾ ਹੈ ਜੀ। ਜੀ ਬੋਲਚਾਲ ਦਾ ਸਿਧਾਂਤ। ਬੋਲਚਾਲ ਦਾ ਸਿਧਾਂਤ ਭਾਸ਼ਾ ਸਿੱਖਿਆ ਨੂੰ ਨਿਪੁੰਨਤਾ ਪ੍ਰਦਾਨ ਕਰਦਾ ਹੈ। ਇਸ ਦਾ ਅਭਾਵ ਸਿੱਖਿਆ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਭਾਸ਼ਾ ਸਿੱਖਿਆ ਵਿੱਚ ਸਭ ਤੋਂ ਪਹਿਲਾਂ ਕੌਸ਼ਲ ਭਾਸ਼ਾ ਸੁਣ ਕੇ ਬੋਲਣ ਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮੌਖਿਕ ਕਿਰਿਆਵਾਂ ਕਰਵਾਈਆਂ ਜਾਣ। ਅਧਿਆਪਕ ਨੂੰ ਵੀ ਪੜ੍ਹਾਉਂਦੇ ਸਮੇਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੋਲਣ ਦੇ ਮੌਕੇ ਦੇਣੇ ਚਾਹੀਦੇ ਹਨ, ਠੀਕ ਹੈ ਜੀ। ਜਿੰਨਾ ਆਪਾਂ ਯਾਨੀ ਕਿ ਪੜ੍ਹ ਕੇ ਜਿਹੜਾ ਹੈਗਾ
ਆਪਾਂ ਨੂੰ ਉਹਨਾਂ ਨਹੀਂ ਪਤਾ ਚੱਲਦਾ। ਆਪਾਂ ਇੱਕ ਵਾਰ ਚੀਜ਼ ਨੂੰ ਪੜ੍ਹ ਲੈਂਦੇ ਹਾਂ ਜੀ, ਉਸ ਤੋਂ ਬਾਅਦ ਉਹ ਚੀਜ਼ ਨੂੰ ਆਪਾਂ ਨੂੰ ਬੋਲ ਕੇ ਹੀ ਪਤਾ ਚੱਲਦੀ ਹੈ ਕਿ ਆਪਾਂ ਉਹ ਚੀਜ਼ ਨੂੰ ਕਿੰਨਾ ਕੁ ਸਿੱਖੇ ਹਾਂ। ਠੀਕ ਹੈ ਜੀ, ਇਸ ਲਈ ਜਿਹੜਾ ਮੌਖਿਕ ਕਿਰਿਆਵਾਂ ਵੱਧ ਤੋਂ ਵੱਧ ਕਰਾਈਆਂ ਜਾਣੀਆਂ ਚਾਹੀਦੀਆਂ ਹਨ। ਠੀਕ ਹੈ ਜੀ, ਤੇ ਤਾਂ ਕਿ ਵਿਦਿਆਰਥੀ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਹੈਗੇ ਉਹਨੂੰ ਮੌਕੇ ਵੀ ਮਿਲ ਸਕਣ ਤੇ ਉਹ ਜਿਹੜੇ ਆਪਣੇ ਜਿਹੜੇ ਵਿਊਜ਼ ਹੈ ਉਹ ਉਹਨਾਂ ਨੂੰ ਰੱਖ ਸਕੇ ਜੀ। ਜਾਨਲਕ ਦੇ ਮਤ ਅਨੁਸਾਰ ਭਾਸ਼ਾ ਨੂੰ ਪਹਿਲੇ ਕਹਿੰਦੇ ਹੈਗੇ ਆ ਬੋਲਚਾਲ ਦੇ ਮਾਧਿਅਮ ਦੁਆਰਾ ਹੀ ਪੜ੍ਹਾਉਣਾ ਚਾਹੀਦਾ ਹੈ। ਸਵਿਫਟ ਅਨੁਸਾਰ ਜੋ ਵਿਅਕਤੀ ਬੋਲਚਾਲ ਵਿੱਚ ਉਸਤਾਦ ਹੁੰਦਾ ਹੈ ਉਸ ਦਾ ਮਨ ਵਿਚਾਰਾਂ ਨਾਲ ਭਰਪੂਰ ਰਹਿੰਦਾ, ਉਸ ਦੇ ਕੋਲ ਕਹਿਣ ਨੂੰ ਬਹੁਤ ਕੁਝ ਹੁੰਦਾ ਹੈ, ਉਸ ਤੋਂ ਬਹੁਤ ਕੁਝ ਸਿੱਖਿਆ ਜਾਂਦਾ ਹੈ, ਪਰੰਤੂ ਉਹ ਬਹੁਤ ਸੋਚ ਵਿਚਾਰ ਕੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਠੀਕ ਹੈ ਜੀ। ਪ੍ਰੋਫੈਸਰ ਸਮਿਥ ਅਨੁਸਾਰ ਬੋਲਚਾਲ ਦੇ ਵਾਧੇ ਨਾਲ ਸਿੱਖਿਆ 'ਚ ਵਾਧਾ ਵੀ ਤੁਰੰਤ ਹੁੰਦਾ ਹੈ। ਜਿਵੇਂ ਇੱਕ ਸਾਲ ਦਾ ਬੱਚਾ 3 ਸ਼ਬਦ, 2 ਸਾਲ ਦਾ ਬੱਚਾ 272 ਸ਼ਬਦ ਅਤੇ 5 ਸਾਲ ਦਾ ਬੱਚਾ 272 ਸ਼ਬਦ ਸਿੱਖ ਜਾਂਦਾ ਹੈ ਅਗਰ ਸਧਾਰਨ ਬੋਲਚਾਲ ਦਾ ਵਾਤਾਵਰਨ ਬੱਚੇ ਨੂੰ ਪ੍ਰਦਾਨ ਕੀਤਾ ਜਾਵੇ। ਠੀਕ ਹੈ, ਇਸ ਲਈ ਬੱਚੇ ਨੂੰ ਵੱਧ ਤੋਂ ਵੱਧ ਜਿਹੜੇ ਹੈਗੇ ਆ ਬੋਲਣ ਦੇ ਜਿਹੜੇ ਮੌਕੇ ਆਪਾਂ ਨੂੰ ਦੇਣੇ ਚਾਹੀਦੇ ਆ ਜੀ। ਨੈਕਸਟ ਹੈ ਜੀ ਆਪਣੇ ਕੋਲੇ ਪੰਜਾਬੀ ਅਧਿਆਪਨ ਦੇ ਅਧਿਆਪਕ ਵਜੋਂ ਧਿਆਨ ਦੇਣ ਯੋਗ ਗੱਲਾਂ। ਬੱਚੇ ਨੂੰ ਭਾਸ਼ਾ ਸਿੱਖਣ ਲਈ ਅਤੇ ਇਸ ਵਿੱਚ ਨਿਪੁੰਨਤਾ ਪ੍ਰਦਾਨ ਕਰਨ ਲਈ ਬੋਲਚਾਲ ਉੱਤੇ ਬਲ ਦੇਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਪ੍ਰਸ਼ਨ ਉੱਤਰ ਵਿਧੀ ਰਾਹੀਂ ਬੱਚੇ ਨੂੰ ਬੋਲਣ ਲਈ ਉਤਸ਼ਾਹਿਤ ਕਰੇਗੀ। ਕਲਾਸ ਵਿੱਚ ਵਿਚਾਰ ਵਟਾਂਦਰਾ ਮੁਕਾਬਲੇ, ਠੀਕ ਹੈ, ਭਾਸ਼ਣ ਮੁਕਾਬਲੇ ਜਿਹੜੇ ਹੈਗੇ ਆ ਕਰਵਾਉਣੇ ਚਾਹੀਦੇ ਆ, ਵਾਦ ਵਿਵਾਦ ਕਰਵਾਉਣੇ ਚਾਹੀਦੇ ਆ ਬੱਚਿਆਂ ਨੂੰ। ਠੀਕ ਹੈ ਜੀ। ਨੈਕਸਟ ਹੈ ਜੀ ਵਿਦਿਆਰਥੀ ਨੂੰ ਜਮਾਤ ਵਿੱਚ ਕਿਰਿਆਸ਼ੀਲ ਰੱਖਣ ਲਈ ਵਿਦਿਆਰਥੀ ਨੂੰ ਵੱਧ ਤੋਂ ਵੱਧ ਜਿਹੜਾ ਬੋਲਣ ਦਾ ਜਿਹੜਾ ਸਮਾਂ ਦੇਣਾ ਚਾਹੀਦਾ ਹੈ। ਅਧਿਆਪਕ ਵੱਲੋਂ ਬੱਚੇ ਦਾ ਬੋਲਚਾਲ ਵਿਕਸਿਤ ਕਰਨ ਲਈ ਡਿਸਕਸ਼ਨ ਵਿਧੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਨਾਲ ਹਰੇਕ ਚੀਜ਼ ਡਿਸਕਸ ਕੀਤੀ ਜਾ ਸਕੇ ਤਾਂ ਕਿ ਬੱਚੇ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਣ। ਬੱਚਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਸੁਤੰਤਰ ਵਾਤਾਵਰਨ ਪ੍ਰਦਾਨ ਕਰਨਾ ਚਾਹੀਦਾ ਹੈ। ਅਧਿਆਪਕ ਦਾ ਆਪਣਾ ਬੋਲਚਾਲ ਸ਼ੁੱਧ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਜੇਕਰ ਅਧਿਆਪਕ ਸ਼ੁੱਧ ਬੋਲੇਗਾ ਤਾਂ ਬੱਚੇ ਵੀ ਜਿਹੜੇ ਹੈਗੇ ਆ ਸ਼ੁੱਧ ਬੋਲਣਗੇ। ਬੱਚੇ ਨੂੰ ਬੋਲਚਾਲ ਦੇ ਵੱਧ ਤੋਂ ਵੱਧ ਜਿਹੜਾ ਹੈਗਾ ਅਭਿਆਸ ਕਰਵਾਉਣਾ ਚਾਹੀਦਾ ਹੈ। ਬੋਲਚਾਲ ਸਿਧਾਂਤ ਦੇ ਭਾਸ਼ਾ ਸਿੱਖਿਆ ਦੇ ਵਿੱਚ ਜਿਹੜੇ ਹੈਗੇ ਆ ਲਾਭ। ਬੋਲਚਾਲ ਦੁਆਰਾ ਸਿੱਖਿਆ ਦੇਣ ਨਾਲ ਸਿੱਖਿਆ ਵਿੱਚ ਜਿਹੜਾ ਸਮਾਂ ਲੱਗਦਾ ਹੈ। ਠੀਕ ਹੈ ਜੀ। ਭਾਸ਼ਾ ਦਾ ਸੰਬੰਧ ਮੂੰਹ ਅਤੇ ਕੰਨਾਂ ਨਾਲ ਹੈ, ਅਰਥਾਤ ਭਾਸ਼ਾ ਦਾ ਸੰਬੰਧ ਬੋਲਣ ਅਤੇ ਸੁਣਨ ਨਾਲ ਹੈ। ਇਸ ਲਈ ਬੋਲਚਾਲ ਭਾਸ਼ਾ ਅਧਿਆਪਨ ਬਹੁਤ ਉਪਯੋਗੀ ਹੈ। ਇਸ ਨਾਲ ਵਿਦਿਆਰਥੀ ਨੂੰ ਭਾਸ਼ਾ ਸਿੱਖਣ ਦਾ ਵਿਵਹਾਰਿਕ ਵਾਤਾਵਰਨ ਮਿਲਦਾ ਹੈ ਜੋ ਕਿ ਭਾਸ਼ਾ ਸਿੱਖਣ ਅਤੇ ਭਾਸ਼ਾ ਦੇ ਵਿੱਚ ਮਹਾਰਤ ਹਾਸਿਲ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈ। ਬੋਲਚਾਲ ਦੀ ਸਿੱਖਿਆ ਨੂੰ ਵਿਦਿਆਰਥੀ ਛੇਤੀ ਨਹੀਂ ਭੁੱਲਦਾ। ਬੋਲਚਾਲ ਬੱਚਿਆਂ ਦੇ ਉਚਾਰਨ ਨੂੰ ਜਿਹੜਾ ਸ਼ੁੱਧ ਬਣਾਉਂਦਾ ਹੈ। ਬੋਲਚਾਲ ਰਾਹੀਂ ਬੱਚਿਆਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਜਿਹੜੀ ਸ਼ਕਤੀ ਉਹ ਵੱਧਦੀ ਹੈ। ਹੈ ਜੀ ਬੱਚਾ ਭਾਸ਼ਾ ਮੁਕਾਬਲਿਆਂ ਵਿੱਚ ਖੁੱਲ੍ਹ ਕੇ ਹਿੱਸਾ ਲੈ ਸਕਦਾ ਹੈ। ਬੋਲਚਾਲ ਰਾਹੀਂ ਪ੍ਰਾਪਤ ਗਿਆਨ ਸਥਾਈ ਹੁੰਦਾ ਹੈ, ਯਾਨੀ ਕਿ ਜਿਹੜੀ ਚੀਜ਼ ਆਪਾਂ ਬੋਲਚਾਲ ਰਾਹੀਂ ਜਿਹੜੀ ਸਿੱਖਦੇ ਹਾਂ ਉਹ ਬਹੁਤ ਦੇਰ ਤੱਕ ਜਿਹੜੀ ਆਪਣੇ ਦਿਮਾਗ ਵਿੱਚ ਰਹਿੰਦੀ ਹੈ। ਬੋਲਚਾਲ ਰਾਹੀਂ ਬੱਚੇ ਦਾ ਧਿਆਨ ਵਿਸ਼ੇ ਵਸਤੂ ਵੱਲ ਖਿੱਚਿਆ ਜਾਂਦਾ ਹੈ ਅਤੇ ਉਹ ਇਕਾਗਰਚਿਤ ਹੋ ਕੇ ਪੜ੍ਹਦਾ ਹੈ। ਬੋਲਚਾਲ ਰਾਹੀਂ ਪਾਠ ਬੱਚਿਆਂ ਨੂੰ ਕਿਰਿਆਸ਼ੀਲ ਰੱਖਦਾ ਹੈ। ਠੀਕ ਹੈ, ਬੱਚੇ ਐਕਟਿਵ ਰਹਿੰਦੇ ਆ ਜੀ। ਬੋਲਚਾਲ ਰਾਹੀਂ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ। ਇਹਦੇ ਸਿਧਾਂਤ ਜੀ ਆਪਾਂ ਨੈਕਸਟ ਪਾਰਟ ਵਿੱਚ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।